ਖੜਗਦਾਰੀ ਸੈਨਾਪਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਕਲਾਕਾਰੀ ਗੁਰੂ ਤੇ ਨਿਪੁੰਨ ਕਲਮਦਾਰੀ ਹੁੰਦੇ ਹੋਏ ਆਪਣੇ ਜ਼ਮਾਨੇ ਦੇ ਖੜਗਦਾਰੀ ਸੈਨਾਪਤੀ ਵੀ ਸਨ, ਜਿਨ੍ਹਾਂ ਸੰਸਾਰ ਦੀ ਰਣਭੂਮੀ ਵਿੱਚ ਮਰਦਾਂ ਵਾਂਗ ਜੂਝ ਕੇ ਭਾਰਤੀ ਸੰਸਕ੍ਰਿਤੀ ਨੂੰ ਸੁਰੱਖਿਆ ਤੇ ਸਵੈਮਾਨ ਦਾ ਜੀਵਨ ਬਖਸ਼ਿਆ। ਸਤਿਗੁਰਾਂ ਦੀ ਇਹ ਸੈਨਾਪਤੀ ਸ਼ਖਸੀਅਤ ਇੱਕ ਤਰ੍ਹਾਂ ਆਪਦੇ ਆਤਮਕ ਜਲਾਲ ਦਾ ਹੀ ਪ੍ਰਗਟਾਵਾ ਸੀ, ਜੋ ਸ਼ੁਭ ਕਰਮ ਜਾਂ ਨੇਕੀ ਲਈ ਉਮਰ ਪਰ ਜੂਝਦੀ ਰਹੀ ਤੇ ਸਿੱਖਾਂ ਨੂੰ ਦੱਸਦੀ ਰਹੀ ਕਿ ਕਿਵੇਂ ਧਰਮ ਯੁੱਧ ਦੇ ਚਾਅ ਨਾਲ ਲੜਨਾ ਜੀਵਨ ਦਾ ਜ਼ਰੂਰੀ ਕਰਤੱਵ ਹੈ। ਆਮ ਫੌਜੀ ਜਰਨੈਲ ਕਿਸੇ ਨੂੰ ਦਬਾਉਣ ਜਾਂ ਮੁਲਕਗੀਰੀ ਲਈ ਹੀ ਤੇਜ਼ਾਨ ਵਾਹੁੰਦੇ ਆਏ ਹਨ, ਪਰ ਇਸ ਖੜਗਦਾਰੀ ਨੇ ਨੇਕੀ ਲਈ ਮੋਰਚੇ ਜਿੱਤਣ ਦੇ ਪੂਰਨੇ ਪਾ ਕੇ ਮਨੁੱਖਤਾ ਨੂੰ ਨਵੀਂ ਦਿਸ਼ਾ ਦਿਖਾਈ ਕਿ ਸੰਘਰਸ਼ ਦੀ ਗਤੀਸ਼ੀਲਤਾ ਬਿਨਾਂ ਜ਼ਿੰਦਗੀ ਦੇ ਵਿਕਾਸ ਨੂੰ ਅੱਗੇ ਨਹੀਂ ਤੋਰਿਆ ਜਾ ਸਕਦਾ ਅਤੇ ਇਸ ਮਾਰੂ ਸ਼ਕਤੀ ਨੂੰ ਉਸਾਰੂ ਪਾਸੇ ਵੱਲ ਲਾ ਕੇ ਮਾਨਵ ਸੰਸਕ੍ਰਿਤੀ ਦਾ ਬਗੀਚਾ ਹਰ ਪ੍ਰਕਾਰ ਸੁਰੱਖਿਅਤ ਤੇ ਪ੍ਰਫੁੱਲਤ ਕਰਨਾ ਸਾਡਾ ਪਰਮ ਧਰਮ ਹੈ। ਭਾਰਤੀ ਇਤਿਹਾਸ ਦੱਸਦਾ ਹੈ ਕਿ ਹਿੰਦੂ ਵਿਚਾਰਧਾਰਾ ਗਲਤ ਤਿਆਗ ਤੇ ਗਲਤ ਅਹਿੰਸਾ ਦੇ ਜੰਜਾਲ ਵਿੱਚ ਫਸ ਕੇ ਚਿਰ ਤੋਂ ਪਿੰਗਲੀ ਹੋ ਗਈ ਸੀ ਤੇ ਅਗਾਂਹ ਕਦਮ ਵਧਾਉਣੋਂ ਨਸਮਰਥ ਸੀ। ਜੋ ਲੋਕ ਇਸ ਦੁਨੀਆ ਨੂੰ ਝੂਠੀ ਕਹਿ ਕੇ ਬਨਵਾਸ ਲੈਣਾ, ਪਿੰਡੇ ਤੇ ਸੁਆਹ ਮਲਣਾ ਹੀ ਸਰਬਸ਼੍ਰੇਸ਼ਟ ਧਰਮ ਕਰਮ ਮੰਨ ਲੈਣ, ਉਹ ਸੰਸਾਰਕ ਵਿਕਾਸ ਵਿੱਚ ਕਿਵੇਂ ਦਿਲਚਸਪੀ ਲੈ ਸਕਦੇ ਸਨ। ਨਤੀਜਾ ਇਹ ਹੋਇਆ ਕਿ ਸਨਾਤਨ ਪਰੰਪਰਾ ਅਜਿਹੀ ਮਾਲਾ ਵਾਲੇ ਤਿਆਗੀ ਵੈਰਾਗੀ ਸੰਤਾਂ ਸਾਧਾਂ ਨੂੰ ਜਨਮ ਦਿੰਦੀ ਰਹੀ, ਜੋ ਕਮਜ਼ੋਰ ਨਿਤਾਣੇ ਸਨ ਅਤੇ ਸਵੈਮਾਨ ਤੇ ਸਵੈ ਰੱਖਿਆ ਤੋਂ ਵੀ ਸਖਣੇ ਸਨ। ਦੂਜੇ ਪਾਸੇ ਭਾਰਤ ਉੱਤੇ ਹਮਲਾਵਰ ਹੋ ਕੇ ਆਉਣ ਵਾਲੇ ਅਜਿਹੇ ਤਲਵਾਰੀਏ ਸਨ, ਜਿਨ੍ਹਾਂ ਦੇ ਅਪਵਿੱਤਰ ਹੱਥ ਲਹੂ ਨਾਲ ਰੰਗੇ ਹੋਏ ਸਨ। ਉਹਨਾਂ ਦੀ ਹਾਲਤ ਉਸ ਅਣਜਾਣ ਬੱਚੇ ਵਰਗੀ ਸੀ, ਜਿਸ ਦੇ ਹੱਥ ਕਟਾਰੀ ਆ ਜਾਵੇ ਤੇ ਉਹ ਆਪਣਾ ਆਪ ਹੀ ਲਹੂ ਲੁਹਾਨ ਕਰ ਲਵੇ। ਸਦਾਚਾਰਕ ਕੀਮਤਾਂ ਦੀ ਤਾਂ ਉਹਨਾਂ ਨੂੰ ਕੀ ਪਰਵਾਹ ਹੋਣੀ ਸੀ, ਉਹ ਤਾਂ ਫਿਰਕੂ ਜਨੂਨ ਵਿੱਚ ਮਨੁੱਖੀ ਹਮਦਰਦੀ ਦਾ ਖਿਆਲ ਵੀ ਵਿਸਾਰ ਬੈਠੇ ਸਨ। ਜਹਾਜ਼ ਦੇ ਜਹਾਜ਼ ਚੜੇ ਉਹ ਨਿਰਮਾਣਤਾ ਵੱਲ ਆਉਣ ਲਈ ਤਿਆਰ ਨਹੀਂ ਸਨ। ਅਜਿਹੇ ਸਿਪਾਹੀਆਂ ਦੀ ਖੂਨੀ ਤਲਵਾਰ ਤੋਂ ਨਿਰਬਲ ਭਾਰਤੀਆਂ ਨੂੰ ਬਚਾਉਣਾ ਔਖਾ ਕੰਮ ਸੀ। ਆਖਿਰ ਆਰੀਆ ਸਭਿਅਤਾ ਨੂੰ ਅਸਭ्य ਲੋਕਾਂ ਹੱਥੋਂ ਹਾਰ ਖਾਣੀ ਪਈ ਤੇ ਹਿੰਦੁਸਤਾਨ ਸਦੀਆਂ ਲਈ ਗੁਲਾਮ ਹੋ ਗਿਆ। ਇਹ ਦੋਹਾਂ ਅਤਿਤਾਈਆਂ ਦਾ ਸਿਖਰ ਸੀ ਅਤੇ ਦਰਜੇ ਦੇ ਭਲੇ ਮਾਨਸ ਸੰਤ ਸਾਧੂ ਹੋਣ ਦਾ ਤੇ ਅਤੇ ਦਰਜੇ ਦੇ ਕਠੋਰ ਤਲਵਾਰੀਏ ਸਿਪਾਹੀ ਹੋਣ ਦਾ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਤੇ ਨੂੰ ਦੂਰ ਕਰਕੇ ਸੰਤੁਲਨ ਤੇ ਸੁਮੇਲ ਪੈਦਾ ਕੀਤਾ ਤੇ ਸੰਤ ਸਿਪਾਹੀ ਜੀਵਨ ਨੂੰ ਜਨਮ ਦਿੱਤਾ। ਇਹੋ ਉਹਨਾਂ ਦੀ ਵੱਡੀ ਕਰਾਮਾਤ ਸੀ, ਜਿਸ ਨੇ ਦੇਸ਼ ਦੀ ਆਤਮਾ ਦਾ ਕਾਇਆ ਕਲਪ ਕੀਤਾ। ਪਰ ਇਹ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਪਹਿਲੇ ਗੁਰੂਆਂ ਮਨੁੱਖੀ ਜੀਵਨ ਨੂੰ ਭਗਤੀ ਤੇ ਸਦਾਚਾਰ ਨਾਲ ਦੇਵੀ ਉੱਚਤਾ ਪ੍ਰਦਾਨ ਕਰਕੇ ਫਿਰ ਸ਼ਕਤੀ ਹੱਥ ਵਿੱਚ ਦਿੱਤੀ ਤਾਂ ਕਿ ਇਸ ਦੀ ਗਲਤ ਵਰਤੋਂ ਨਾ ਹੋਵੇ। ਇਤਿਹਾਸ ਗਵਾਹ ਹੈ ਕਿ ਸਿੰਘਾਂ ਇਸ ਤੇਗ ਨੂੰ ਦੀਨ ਰੱਖਿਆ ਤੇ ਦੁਸ਼ਟ ਹੱਤਿਆ ਲਈ ਹੀ ਮਿਆਨੋਂ ਬਾਹਰ ਕੱਢਿਆ। ਕਈ ਵਾਰ ਰੂਹਾਨੀਅਤ ਦੇ ਸੁਆਮੀ ਸਤਿਗੁਰੂ ਦਾ ਇਹ ਕਰਮ ਕੁਝ ਲੋਕਾਂ ਵੱਲੋਂ ਸ਼ੰਕਾ ਦੀ ਨਜ਼ਰ ਨਾਲ ਦੇਖਿਆ ਗਿਆ ਹੈ, ਪਰ ਇਤਿਹਾਸਕ ਹਕੀਕਤ ਨੂੰ ਕਿਵੇਂ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਆਖਿਰ ਜ਼ਬਰ ਦੀ ਤਲਵਾਰ ਨਾਲ ਕਿਵੇਂ ਸਿੱਝਿਆ ਜਾ ਸਕਦਾ ਸੀ? ਜੇਕਰ ਗੁਰੂ ਗੋਬਿੰਦ ਸਿੰਘ ਭਾਰਤੀ ਲੋਕਾਂ ਦੇ ਹੱਥ ਵਿੱਚ ਤਲਵਾਰ ਦੇ ਕੇ ਪੰਜਾਬ ਵਿੱਚ ਲੋਹੇ ਦੀ ਦੀਵਾਰ ਨਾ ਖੜੀ ਕਰਦੇ ਤਾਂ ਨਾਦਰ ਜਾਂ ਅਬਦਾਲੀ ਦੇ ਹਮਲਿਆਂ ਤੋਂ ਮੁਲਕ ਨੂੰ ਬਚਾਉਣਾ ਅਸੰਭਵ ਜਿਹੀ ਗੱਲ ਸੀ ਤੇ ਇਸ ਦਾ ਲਾਜ਼ਮੀ ਨਤੀਜਾ ਸਾਡੀ ਸਭਿਅਤਾ ਦਾ ਸਰਬਨਾਸ਼ ਸੀ। ਬੁੱਲੇ ਸ਼ਾਹ ਵਰਗੇ ਫਕੀਰਾਂ ਦਾ ਅੰਦਾਜ਼ਾ ਠੀਕ ਹੀ ਸੀ। ਨੰਨਾ ਕਹੂੰ ਜਬ ਕੀ, नन्ना कहून तब की, बात कहून मैं अब की। अगर नन्ना होते गुरु गोबिंद सिंह, सुन्नत होती सबकी। ਅੱਜ-ਕੱਲ ਦੇ ਸੱਭਿਅ ਤੇ ਸਾਊ ਲੋਕਾਂ ਦਾ ਖਿਆਲ ਹੈ ਕਿ ਲੜਾਈ ਜਾਂ ਜੰਗੀ ਤਿਆਰੀ ਦੀ ਗੱਲ ਸਭਿਅਤਾ ਦੇ ਖਿਲਾਫ ਹੈ, ਸਮੇਂ ਦੇ ਫੈਸ਼ਨ ਅਨੁਸਾਰ ਨਹੀਂ। ਪਰ ਸੰਸਾਰ ਦੇ ਯਥਾਰਥ ਨੂੰ ਕਿਵੇਂ ਅੱਖੋਂ ਉਜਲ ਕੀਤਾ ਜਾਵੇ? ਰਾਵਣ, ਦੁਰਯੋਧਨ ਜਾਂ ਚੰਗੇਜ਼ ਦੀ ਜਾਬਰ ਤਲਵਾਰ ਦਾ ਕਿਵੇਂ ਉੱਤਰ ਦਿੱਤਾ ਜਾਵੇ, ਇਸ ਦਾ ਕੋਈ ਹੱਲ ਨਹੀਂ ਦੱਸਦਾ। ਇੱਕ ਵਾਰ ਹਿਟਲਰ ਦੇ ਹਮਲੇ ਸਮੇਂ ਮਹਾਤਮਾ ਗਾਂਧੀ ਜੀ ਨੇ ਅੰਗਰੇਜ਼ਾਂ ਨੂੰ ਮਸ਼ਵਰਾ ਦਿੱਤਾ ਸੀ ਕਿ ਉਹ ਹਥਿਆਰਾਂ ਦੀ ਵਰਤੋਂ ਨਾ ਕਰਨ ਤੇ ਪੂਰਨ ਅਹਿੰਸਾਵਾਦੀ ਰਹਿਣ। ਨਾਜ਼ੀਆਂ ਦੀ ਤਾਨੇਸ਼ਾਹ ਰੁਚੀ ਆਪੇ ਬਦਲ ਜਾਵੇਗੀ। ਪਰ ਇਹ ਗੱਲ ਕਾਰਾਮਦ ਹੋਣ ਵਾਲੀ ਨਹੀਂ ਸੀ। ਮੁਕਾਬਲੇ ਤੇ ਲੋਕ ਰਾਜੀ ਸ਼ਕਤੀਆਂ ਨੇ ਸ਼ਸਤਰਬੱਧ ਹੋ ਕੇ ਉਸ ਦਾ ਟਾਕਰਾ ਕੀਤਾ ਤੇ ਤਾਨਾਸ਼ਾਹੀ ਨੂੰ ਹਰਾਇਆ। ਕੁਝ ਲੋਕ ਕਹਿੰਦੇ ਹਨ ਕਿ ਜੀਵਨ ਲੀਲਾ ਹੈ, ਕੁਝ ਇਸ ਨੂੰ ਸੰਗਰਾਮ ਕਹਿੰਦੇ ਹਨ। ਰੱਬ ਲਈ ਸ੍ਰਿਸ਼ਟੀ ਠੀਕ ਲੀਲਾ ਹੀ ਹੈ, ਪਰ ਮਨੁੱਖ ਲਈ ਇਹ ਜੀਵਨ ਸੰਗਰਾਮ ਹੈ ਜੋ ਸਦਾ ਚੱਲਦਾ ਰਹਿੰਦਾ ਹੈ। ਇਤਿਹਾਸ ਇਸ ਸੰਘਰਸ਼ ਦੀ ਲੰਮੀ ਵਿਥਿਆ ਸੁਣਾਉਂਦਾ ਆ ਰਿਹਾ ਹੈ। मसाफ हस्ती की कशमकश में मुहाल मुश्किल है, बच के रहना असीर कर या अमीर हो जा, शिकार कर या शिकार हो जा। कदी मनुख खूनी जानवरां नाल लड़दा फिरदा सी ते कदी खूनी मनुखा नाल, बस कदी भी नहीं होई।
ਇਹ ਠੀਕ ਹੈ ਕਿ ਲੜਾਈ ਜ਼ਰੂਰੀ ਨਹੀਂ ਤੇ ਮਨੁੱਖੀ ਸਭਿਅਤਾ ਦੇ ਵਿਕਾਸ ਨੇ ਵੀ ਇਹ ਗੱਲ ਦ੍ਰਿੜਾਈ ਹੈ ਕਿ ਹਰ ਗੱਲ ਪਰਸਪਰ ਸੂਝ-ਬੂਝ ਤੇ ਅਮਨ ਸ਼ਾਂਤੀ ਨਾਲ ਨਜਿੱਠੀ ਜਾਣੀ ਉਚਿਤ ਹੈ। ਗੁਰੂ ਸਾਹਿਬ ਨੇ ਵੀ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਜਦੋਂ ਕੰਮ ਤਮਾਮ ਹੀਲਿਆਂ ਤੋਂ ਲੰਘ ਹੀ ਜਾਵੇ ਤਾਂ ਹੀ ਤਲਵਾਰ ਦੀ ਵਰਤੋਂ ਜਾਇਜ਼ ਹੈ। ਇਸ ਦਾ ਅਰਥ ਸਾਫ਼ ਹੈ ਕਿ ਪਹਿਲੇ ਹੋਰ ਸਾਧਨ ਅਪਣਾਉਣੇ ਜ਼ਰੂਰੀ ਹਨ ਤੇ ਤਲਵਾਰ ਅਖੀਰੀ ਹਥਿਆਰ ਹੈ, ਮਜਬੂਰੀ ਦਾ ਹਥਿਆਰ। ਗੁਰੂ ਸਾਹਿਬ ਫਰਮਾਉਂਦੇ ਹਨ, ਚੁਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸ਼ਤ, ਹਲਾਲ ਅਸਦ ਬੁਰਦਨ ਬਸ਼ਮਸ਼ੀਰ ਦਸਤ। 22 ਜ਼ਫਰਨਾਮਾ। ਸੋ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਭਾਰਤ ਵਾਸੀਆਂ ਦੇ ਹੱਥ ਵਿੱਚ ਤਲਵਾਰ ਫੜਾਈ ਤਾਂ ਇਸ ਤੋਂ ਸਿਵਾ ਹੋਰ ਚਾਰਾ ਕੋਈ ਨਹੀਂ ਸੀ। ਇਹ ਨਸ਼ਤਰ ਇਸ ਗੰਦੇ ਫੋੜੇ ਦਾ ਆਖਰੀ ਇਲਾਜ ਸੀ। ਫਿਰ ਗੁਰੂ ਸਾਹਿਬ ਜ਼ਰ, ਜੋਰੂ, ਜ਼ਮੀਨ ਖਾਤਰ ਲੜਨ ਵਾਲੇ ਨਹੀਂ ਸਗੋਂ ਸੁਤੰਤਰਤਾ ਸੰਗਰਾਮ ਦੇ ਮਹਾਨ ਯੋਧੇ ਸਨ। ਇਸ ਕਰਕੇ ਉਹਨਾਂ ਦੇ ਆਦਰਸ਼ ਤੇ ਸਾਧਨ ਵੀ ਉਚੇਰੇ ਸਨ ਤੇ ਇਸੇ ਖਾਤਰ ਉਹਨਾਂ ਚੜ੍ਹਦੀ ਕਲਾ ਦਾ ਵਾਤਾਵਰਣ ਬਣਿਆ ਤਾਂ ਕਿ ਹਰ ਭਾਰਤੀ ਇਸੇ ਰੰਗ ਵਿੱਚ ਰੰਗਿਆ ਜਾਵੇ ਤੇ ਤ੍ਰੈਮਾਨ ਤੇ ਪ੍ਰਤਿਸ਼ਠਾ ਦਾ ਜੀਵਨ ਬਿਤਾਵੇ। ਸਤਿਗੁਰਾਂ ਦੀ ਆਪਣੀ ਉੱਚੀ ਕਲਗੀ, ਉੜਦਾ ਬਾਜ਼, ਉਛਲਦਾ ਨੀਲਾ ਘੋੜਾ, ਚਮਕਦੀ
ਦੀ ਵਰਤੋਂ ਕਿਸੇ ਨੂੰ ਦਬਾਉਣ ਲਈ ਜਾਂ ਮੁਲਕਸ਼ੀਰੀ ਲਈ ਨਹੀਂ ਕੀਤੀ। ਕਿਸੇ ਸ਼ਤਰੂ ਉਤੇ ਵੀ ਆਪ ਤਾਵਾ ਨਹੀਂ ਕੀਤਾ, ਸਾਰੀ ਉਮਰ ਰੱਖਿਆ ਦੀ ਜੰਗ ਹੀ ਲੜੀ। आपने संत सिपाहियां नूं लड़ मरन दा पाठ पढ़ाउंदियां ਇਹੋ समझाया कि नेकी खातर धर्म युद्ध करना जीवन दा परम कर्तव्य है। नाल दिल नूं धीरज धाम ते दिमाग नूं रोशन रखना भी जरूरी है। धन जीव ते को जग मैं मुक्ते हर चित मैं जुग विचारे। देह अनित नन्ना नित रहा है, जस नाव चतरे पव सागर तारे। धीरज धाम बनाए है तन बुद्ध सु दीपक जो उजियारे। परमेश्वर तो प्रार्थना करके भी इहो मंगिया है कि नेकी लई लड़नों कदी झिझकीए ना ते इस खातर खून दा आखिरी कतरा वहावनों संकोच ना करिए। देह सेवा बर मोहे है, सुख कर्मन ते कभू नन्ना डरो। नन्ना डरो और सो जब जाए लरो, निश्चय कर अपनी जीत करो। ए है सतगुरां दे शस्त्र धारन दा प्रयोजन ते धर्म युद्ध करन दा पवित्र उद्देश। गुरु गोबिंद सिंह जी ने जदों संगतां ਨੂੰ ਸ਼ਾਸਤਰਧਾਰੀ ਖਾਲਸਾ ਬਣਾ ਕੇ ਕ੍ਰਾਂਤੀਕਾਰੀ ਲਹਿਰ ਦੀ ਨੀਂਹ ਪੱਕੀ ਕੀਤੀ ਤਾਂ ਸਮਾਜਿਕ ਤੇ ਰਾਜਸੀ ਤੌਰ ਤੇ ਸਨਾਤਨੀ ਬ੍ਰਾਹਮਣਾਂ ਰਜਵਾੜਿਆਂ ਤੇ ਮੁਗਲ ਸਾਮਰਾਜ ਵੱਲੋਂ ਇਸ ਦਾ ਕਰੜਾ ਵਿਰੋਧ ਹੋਇਆ ਤੇ ਇੱਕ ਤਰ੍ਹਾਂ ਗੁਰੂ ਦਾ ਨਿਵਾਸ ਅਸਥਾਨ ਆਨੰਦਪੁਰ ਜੰਗਪੁਰ ਹੀ ਬਣਿਆ ਰਿਹਾ। ਕਦੀ ਸਰਹੰਦ ਤੋਂ ਫੌਜਾਂ ਚੜ੍ਹਦੀਆਂ, ਕਦੀ ਲਾਹੌਰ ਦੀ ਸੈਨਾ ਧਾਵੇ ਕਰਦੀ ਅਤੇ ਕਦੀ ਦਿੱਲੀ ਦਾ ਸ਼ਾਹੀ ਲਸ਼ਕਰ ਟੁੱਟ ਪੈਂਦਾ। बेगैरत पहाड़ी राजे सदा साम्राज दे पिट्ठू बन के गुरु जी दे विरुद्ध ही लड़ते रहे ते परोत ब्राह्मण बिना सोचे समझे उन्हां नूं भड़काउंदा रहा। आनंदपुर उते होए हल्यां दा पूरा वेरवा तां नहीं मिलदा। गुरु साहिब ने अपनी आत्म कथा विच कुछ युद्धां दा हाल दिता है ते कुछ कुदा होर समकाली लिखतां तो संकेत मिलदा है। इन्हां लड़ाइयां विच बहुतियां ऐसियां हन जिन्हां विच गुरु साहिब ने आप भाग लिया ते कुछ कुछ विच उन्हां दे भेजे सिख सूरबीर जूझदे रहे। इन्हां टाकरियां विच आनंदपुर, चमकौर, मुकतसर आदि दे जंग विलखण किस्म दे हन, जिन्हां विच गुरु साहिब ने अपनी अडोलता ते दृढ़ता दा सबूत दिंदियां आजादी ते स्वैमान दा झंडा उच्चा रखिया। मुट्ठी पर सैनिक साथियां नाल ਇਹ ਜੰਗਾਂ ਲੜਨੀਆਂ ਜਿੱਥੇ ਉਹਨਾਂ ਦੀ ਅਲੌਕਿਕ ਸੂਰਬੀਰਤਾ ਦਾ ਪ੍ਰਮਾਣ ਹੈ, ਉੱਥੇ ਤੀਖਣ ਸੈਨਿਕ ਸੋਝੀ ਦਾ ਵੀ ਸਬੂਤ ਹੈ। ਕਿਸੇ ਸੈਨਾਪਤੀ ਲਈ ਫੌਜੀ ਸੰਗਠਨ ਤੋਂ ਇਲਾਵਾ ਕਿਲੇਬੰਦੀ ਵੀ ਇੱਕ ਬੜਾ ਜ਼ਰੂਰੀ ਗੁਣ ਹੈ, ਜਿਸ ਦੁਆਰਾ ਸੁਰੱਖਿਆ ਦਾ ਸੌਖਾ ਪ੍ਰਬੰਧ ਕਰਕੇ ਦੁਸ਼ਮਣ ਨੂੰ ਪਰੇਸ਼ਾਨ ਕੀਤਾ ਜਾ ਸਕਦਾ ਹੈ। ਪਹਿਲੇ ਤਾਂ ਸਤਲੁਜ ਦਰਿਆ ਕੰਢੇ ਘਣੇ ਜੰਗਲ ਵਿੱਚ